ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਬੇਸ਼ੁਮਾਰ ਅਥਾਹ ਅਗੰਤ ਅਤੁਲ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ ਬੁਲਾਇਆ ਬੋਲੀ ਤੇਰਾ। ਹਾਜ਼ਰਾ ਹਜ਼ੂਰ ਸਾਰਾ ਜ਼ਹੂਰ ਸਰਬ ਕਲਾ ਭਰਪੂਰ ਚਮਰ ਤਖਤ ਛਤਰ ਦੇ ਬਾਲਕ ਗੁਰੂਆਂ ਦੇ ਗੁਰੂ ਪੀਰਾਂ ਦੇ ਪੀਰ ਬਾਬਿਆਂ ਦੇ ਬਾਬੇ ਸਾਹਿਬੇ ਕਮਾਲ ਵਾਲੀਏ ਦੋ ਜਹਾਨ ਮਨੁੱਖਤਾ ਦੇ ਰਹਿਬਰ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਮਰੱਥ ਅਤੇ ਪ੍ਰਤੱਖ ਸਤਿਗੁਰੂ ਜੁਗੋ ਜੁਗ ਅਟਲ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਗੁਰਮੁਖ ਜਨੋਂ ਆਪ ਜੀ ਵਡਭਾਗੀ ਭਾਈ ਜੋ ਗੁਰ ਦਰਬਾਰ ਦੀ ਹਾਜ਼ਰੀ ਭਰਦਿਆਂ ਆਪਣਾ ਜੀਵਨ ਸਫਲਾ ਕਰ ਰਹੇ ਹੋ। ਆਓ ਪਾਵਨ ਚੰਦ ਸਮੇਂ ਵਾਸਤੇ ਬਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਂਦੇ ਮਾਂ ਬਾਪਾਂ ਨੂੰ ਸਾਰ ਚੱਲ ਰਹੀ ਲੜੀਵਾਰ ਵਿਚਾਰ ਦੀ ਸਾਂਝ ਕਰਨ ਤੋਂ ਪਹਿਲਾਂ ਆਪਣੀ ਸੁਰਤ ਨੂੰ ਇਕਾਗਰ ਚਿੱਤ ਕਰਦੇ ਹਾਂ, ਗੁਰੂ ਚਰਨਾਂ ਨਾਲ ਜੁੜਦੇ ਹਾਂ। ਕੋਈ ਵੀ ਰਸਨਾ ਵਾਂਝੀ ਨਾ ਰਵੇ, ਝੁਕਾਓ ਗੁਰੂ ਨੂੰ ਸੀਸ, ਕਰੋ ਰਸਨਾ ਪਵਿੱਤਰ ਤੇ ਲਵਾਓ ਹਾਜ਼ਰੀ, ਬਖਸ਼ੋ ਦਾਸ ਨੂੰ ਅਸੀਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਪਰੰਤ ਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਇਹ ਅਰਦਾਸ, ਇਹ ਬੇਨਤੀ, ਇਹ ਤਰਲਾ ਹੈ ਸੱਚੇ ਪਾਤਸ਼ਾਹ ਨਰੋਲ ਗੁਰਮਤਿ ਅਨੁਸਾਰ ਇਹ ਪਾਵਨ ਵਿਚਾਰ ਕਰਨ ਦੀ, ਸੁਣਨ ਦੀ, ਸੁਣ ਕੇ ਸਮਝ ਕੇ ਜੀਵਨ ਅੰਦਰ ਢਾਲਣ ਦੀ ਇਹ ਸਤਿਬੁੱਧੀ ਮਤ ਬਖਸ਼ੋ ਕਿ ਸਾ ਮਤ ਦਿਓ ਦਿਆਲ ਪ੍ਰਭ ਜਿਤ ਤੁਮੇ ਰਾਤਾ। ਪ੍ਰਭ ਕੀਜੇ ਕਿਰਪਾ ਨਿਧਾਨ ਹਮ ਹਰ ਗੁਣ ਗਾਵੇਂਗੇ। ਗੁਰਮੁਖੋ ਆਪਣੀ ਲੜੀਵਾਰ ਵਿਚਾਰ ਸ੍ਰੀ ਆਸਾ ਕੀ ਵਾਰ ਜਿਹਦੇ ਪਿਛਲੇ ਦੀਵਾਨ ਅੰਦਰ ਆਪਾਂ ਦੂਸਰੀ ਪੌੜੀ ਦਾ ਤੀਸਰਾ ਸ਼ਲੋਕ ਗੁਰੂ ਪਾਤਸ਼ਾਹ ਜੀ ਦੀ ਅਸੀਸ ਬਖਸ਼ਿਸ਼ ਹੋ ਰਹੀ ਸੀ, ਜੋ ਕਿ ਦੂਜੇ ਪਾਤਸ਼ਾਹ ਜੀ ਧੰਨ ਗੁਰੂ ਅੰਗਦ ਸਾਹਿਬ ਇਹ ਬਖਸ਼ਿਸ਼ ਕਰ ਰਹੇ ਸੀ ਕਿ ਅਸਲ ਵਿੱਚ ਜਿਵੇਂ ਦੁਨਿਆਵੀ ਟਿਕਾਣਾ ਸਾਡਾ ਹੁੰਦਾ ਆ ਕੋਈ ਤੇ ਬੁਨਿਆਦੀ ਲੋੜ ਆ ਨਾ ਇਸ ਮਨੁੱਖ ਦੀ, ਰੋਟੀ ਕੱਪੜਾ ਔਰ ਮਕਾਨ ਨਿਵਾਸ ਸਥਾਨ, ਇਸੇ ਢੰਗ ਦੇ ਨਾਲ ਰੱਬ ਦੇ ਬਾਰੇ ਜਦੋਂ ਖਿਆਲ ਆਇਆ ਕਿ ਰੱਬ ਕਿੱਥੇ ਵਸਦਾ ਹੈ, ਕਿੱਥੇ ਰਹਿੰਦਾ ਆ, ਤੇ ਧੰਨ ਗੁਰੂ ਅੰਗਦ ਸਾਹਿਬ ਜੀ ਨੇ ਸਾਨੂੰ ਅਸੀਸ ਦਿੱਤੀ ਕਿ ਗੁਰਮੁਖੋ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਸਾਰਾ ਜਗਤ ਉਸ ਪਰਮੇਸ਼ਰ ਦੀ ਇੱਕ ਕੋਠੜੀ ਹੈ ਤੇ ਇਹਦੇ ਵਿੱਚ ਸੱਚ ਦਾ ਨਿਵਾਸ ਹੈ। ਇਸ ਢੰਗ ਦੇ ਨਾਲ ਜਿਹੜਾ ਉਸ ਸੱਚ ਦੇ ਨਾਲ ਜੁੜ ਗਿਆ, ਗੁਰੂ ਦੇ ਨਾਲ ਜੁੜ ਗਿਆ, ਉਹ ਹੀ ਗੁਰਮੁਖ ਹੈ। ਤੇ ਅਖੀਰ ਤੇ ਇਹ ਗੱਲ ਕਹਿ ਰਹੇ ਸੀ ਸਤਿਗੁਰੂ, ਨਾਨਕ ਗੁਰਮੁਖ ਜਾਣੀਏ ਜਾਕੋ ਆਪ ਕਰੇ ਪ੍ਰਗਾਸ। ਇਹ ਭਾਈ, ਇਹ ਨਾਨਕ ਉਹ ਗੁਰਮੁਖ ਸਮਝੋ, ਉਹ ਜਾਣੋ ਜਿਹਨੂੰ ਮਾਲਕ ਆਪ ਆਪਣੀ ਸਦਬੁੱਧੀ ਦਾ ਪ੍ਰਕਾਸ਼ ਬਖਸ਼ਿਸ਼ ਕਰੇ, ਨਾਮ ਦਾ ਪ੍ਰਕਾਸ਼। ਅੱਗੇ ਫਿਰ ਪੌੜੀ ਆਰੰਭ ਹੁੰਦੀ ਆ, ਆਸਾ ਦੀ ਵਾਰ ਦੀ ਦੂਜੀ ਪੌੜੀ, ਜਿਹਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਆ ਅਸੀਸਾਂ ਬਖਸ਼ਿਸ਼ ਕਰ ਰਹੇ ਨੇ ਧੰਨ ਗੁਰੂ ਨਾਨਕ ਸਾਹਿਬ, ਕਿਉਂਕਿ ਪੌੜੀ ਗੁਰੂ ਨਾਨਕ ਸਾਹਿਬ ਦੀਆਂ ਨੇ ਜਿਤਨੀਆਂ ਵੀ। ਆਓ ਪਹਿਲਾਂ ਪੌੜੀ ਦਾ ਮੂਲ ਪਾਠ ਕਰੀਏ। ਪੌੜੀ ਨਾਨਕ ਜੀਓ ਪਾਏ ਕੈ ਲਿਖ ਨਾਵੇਂ ਧਰਮ ਬਹਾਲਿਆ, ਉਥੇ
सच्चे ही सच निबड़ै। चुण वख कढे जज मालिया, ठाव ना पायन कुड़ियार। मोह कालक दोजग चलिया, तेरे नाए रते से जने गए। हार गए से ठगण वालिया, लिख नावे धर्म बहालिया। इस पौड़ी अंदर जो धन गुरु नानक साहब जी बख्शिश ते रहमत कर रहे ने, वो इस ढंग नाल गुरमुखो दो मंडल ने अक्षरदास साहब जी दे नाल जोड़े की गल कर रहा और हर जगह ते जोड़ा है। उन्होंने दो मंडलों के विच एक है संसारिक मंडल, एक निरंकारी मंडल। हुण संसारी मंडल दे विच आपां जिवें इस जीवन नूं चलाउण वास्ते ताकि साडा समाज एक सुचारू ढंग नाल चल सके, चंगे ढंग नाल। पिछले दिनी 26 जनवरी नूं जिन्हों गणतंत्रता दिवस कहते हैं, तो जिथे ना ये 1950 अंदर जदों 1947 दे विच साडा देश आज़ाद होया अंग्रेज़ां दी गुलामी तो, ते फिर अपनी मर्यादा बनाई गई, कानून तरीका इस देश नूं चलाउण वास्ते। ते जिहदे विच डॉक्टर अंबेडकर जी जिन्हां ने यह संविधान तैयार किया, कानून बनाए, लॉ बनाया, मर्यादा बनाई, ते कानून दे विच बड़े तरह तरह के कानून बनाए। इस ढंग दे नाल निरंकारी मंडल च भी एक कानून मर्यादा है। दरअसल ये परमेश्वर की मौज पिछे आपां विचार कीती सी, उस परमेश्वर ने सब तो पहला अपना आप वजूद विच लिआंदा ते फिर दूई कुदरत साजिए। आप ही ने आप साजियो, दूई कुदरत साजिए। पहला अपनी सहभंग वाली रचना रची ते फिर एक कुदरत रची है। इस ढंग दे नाल उस कुदरत नूं चलाउण वास्ते फिर एक मर्यादा बनाई है, जिन्हों धर्म कहते हैं। ते इन्हां जीवां दे उत्ते, इन्हां जीवां दे लेखे जोखे वास्ते धर्मराज दी ये ड्यूटी लाती, धर्म नां दे। और धर्म दे आखिरी अर्थ ही मर्यादा है, कानून है, असूल है, डिसिप्लिन, संविधान। और इस जग दे विच ये जीव खास करके मनुख और इस संसार नूं असीं कर्म भूमि भी कहा है। कर्म भूमि, ये मनुख इस संसार ते आए तो इत्थे कुछ कर्म करने ने। हुण कर्मां दे विच दो तरह के कर्म हुंदे ने, जिन्हों एक चंगे कर्म कहा ते एक माड़े कर्म कहा, बुरे कर्म। तीसरा कर्म कोई नहीं गा, जां ते कोई चंगा कर्म करेगा ते जां कोई माड़ा कर्म करेगा। तीसरा कर्म ते है ही नहीं गा। नेक कर्म, सोहणे कर्म, ते उस परमेश्वर ने यह धर्म बनाया, मर्यादा बनाई। ते धर्मां दी लड़ाई अज साडे हिंदुस्तान दे अंदर बहुत है। धर्मां दी लड़ाई
ये धर्म की आड़ लैके अज साडे राजनीतिक नेता राज कर रहे हैं। विकास का राज नहीं हो रहा कि पब्लिक वास्ते की करना ते की नहीं करना, बस धर्म की लड़ाई। सतगुरु सच्चे पातशाह कृपा करे ते सानू सदबुद्धि बख्शिश होवे। ते जे आपां धर्म की गल करिए, धर्म किहड़ा आ? ते गुरु अर्जन साहब धन गुरु ग्रंथ साहब के अंदर ये बख्शिशां ते रहमतां करते हैं, भाई सगल धर्म है, सारे धर्मां तो एक वड्डा धर्म है, सगल धर्म है, वो उत्तम धर्म है, हर को नाम जप निर्मल कर। ते सतगुरु सच्चे पातशाह ने वो मर्यादा नूं बनाउंदे आ, जिहड़ा मर्यादा नूं चला सके ठीक ढंग दे नाल। मर्यादा बनाई है। हुण गुरमुखो ये सच है, हर संस्था दी, हर व्यक्ति दी, हर कौम दी आपो अपनी मर्यादा है। थोड़ी थोड़ी मैं जिक्र करा इस मर्यादा दा, धर्म दा। धर्म दे अर्थ ही एक मर्यादा है, कानून, जीवन जाच जुगत। खास करके आदि काल दा सनातनी धर्म है जिहड़ा, जिन्हों आपां हिंदू धर्म कह रहे हैं, आचार्य धर्म, उन्हां दी शुरू तो यह मर्यादा है कि जनेऊ पहनना। ते उन्हां ने यह धर्म मन्ने ने उस परमेश्वर तक पहुंचने वास्ते कर्म कांड, उपासना कांड ते सचखंड आपां पहुंचना, जिथे सच परमात्मा वसदा। इस ढंग नाल इस्लाम धर्म, मुसलमान वीर, उन्हां दा भी एक अपनी मर्यादा है। ते उन्हां दे अंदर सब तो पहला सुन्नत दा कराउणा, सुन्नत कराउणी, फिर मर्यादा बनाई उन्हां ने 5 वक्त की नमाज पढ़नी। इस ढंग नाल मुहम्मद साहब की मर्यादा चल रही है। रमजान के महीने दे विच रोजे आदि रखने, ये उन्हां की मर्यादा है इस्लाम धर्म की। इस तरह उन्होंने भी उस सच नूं बयान किया, हकीकत, ये उर्दू का शब्द है। हकीकत का भी अर्थ सच ही है। जिवें अमूमन तौर पर असीं गल कहने हैं ना, गल्लां बातां करदे हैं, भाई मैं बिल्कुल तेनों हकीकत दस रहा, आ गल है, तो जां इहनूं इंज कह लो, मैं बिल्कुल तेनों सच कह रहा। गल इक्को ही है, अर्थ उहदा इक्को ही है कि जो है मैं वो कह रहा, हकीकत है, वो खुदा हकीकत है, वो सच है, परमात्मा। पर उस हकीकत वास्ते, उत तक पहुंचने वास्ते, सच खुदा वास्ते पहुंचने वास्ते उन्होंने भी ये 4 पड़ाव अंकित किए। जिवें हिंदू वीरां ने 3 पड़ाव किए ने, कर्म कांड, उपासना कांड ते सच कांड। इसे ढंग नाल इस्लाम ने शरीयत, शरा दे विच आउणा, मर्यादा दे विच आउणा, एक कानून दे विच आउणा, शरीयत, वाहिगुरू। फिर मार्फत, फिर तरकीयत, तर्क, हाँ ना दा, चंगे माड़े दी परख, तर्क। अखां मीट के मन्नी नहीं जाण वाली गल नहीं। फिर हकीकत, वो हक तक, वो सच तक पहुंचना। इस ढंग नाल गुरमुखो धन गुरु नानक साहब ने जो कृपा की सिख समाज अंदर, सिख वो आ जिहड़ा गुरु नानक की विचारधारा नूं सीखना चाहुंदा है। असल च वो कोई भी हो सकता। सिखी सिखिया गुर विचार, गुरु की विचार जिहड़ी लैंदा ओह सिखिया, जिहड़ा गुरु की विचार दे नाल चलदा ओह सिखिया। सिखी सिखिया गुर विचार, सिखिया ग्रहण करने वाला ही सिखिया। तो गुरु नानक साहब ने 5 पड़ाव दस दिते।
ਤੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਇਹ 10 ਜਾਮਿਆਂ ਦੇ ਵਿੱਚ ਮੁਕੰਮਲਤਾ ਕੀਤੀ ਸਿੱਖੀ ਦੀ, ਤੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਅੱਜ ਆਪਾਂ ਸਿੱਖ ਦੀ ਡੈਫੀਨੇਸ਼ਨ, ਸਿੱਖ ਦੀ ਪਰਿਭਾਸ਼ਾ ਪੜ੍ਹੀਏ। ਇਹ ਜੇ ਇੱਕ ਸਿੱਖ ਨੂੰ ਜਿਹੜਾ ਗੁਰੂ ਕਾ ਸਿੱਖ ਅਖਵਾਉਂਦਾ ਆ, ਤੇ ਆ ਸਾਰੀ ਵਿਚਾਰ ਜਿਹੜੀ ਆ ਸ੍ਰੀ ਆਸਾ ਦੀ ਵਾਰ, ਇਹ ਤੋਂ ਪਹਿਲਾਂ ਆਪਾਂ ਜਪਜੀ ਸਾਹਿਬ ਦੀ ਵਿਚਾਰ ਕੀਤੀ। ਇਹ ਜਿਹੜੀ ਪਿਛਲੀ ਆਪਣੀ ਲੜੀਵਾਰ ਵਿਚਾਰ ਚੱਲ ਰਹੀ ਸੀ ਨਾ, ਗੌੜੀ ਕੀ ਵਾਰ, ਤੇ ਉਹ ਪੌੜੀ ਨੰਬਰ 11, ਜਿਹਦੇ ਵਿੱਚ ਦੂਜੇ ਨੰਬਰ ਦਾ ਸ਼ਲੋਕ ਹੈ, ਮਹੱਲਾ ਚੌਥਾ, ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੇ ਵਾਲੇ ਸ਼ਬਦ ਦੀ ਵਿਚਾਰ ਹੋ ਰਹੀ ਹੈ ਅਸਲ 'ਚ, ਕਿ ਸਿੱਖ ਬਣਨ ਵਾਸਤੇ ਕੀ ਕੁਛ ਕਰਨਾ ਪੈਣਾ ਹੈ, ਸਿੱਖ ਦੀ ਇੱਕ ਮਰਿਆਦਾ ਕੀ ਹੈ, ਸਿੱਖ ਦਾ ਕਾਨੂੰਨ ਕੀ ਆ। ਤੇ ਗੁਰੂ ਪੰਥ ਨੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਤੁਸੀਂ ਪੜ੍ਹ ਲਓ, ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਕਿ ਜੋ ਵੀ ਇਸਤਰੀ ਜਾਂ ਪੁਰਸ਼, ਸਭ ਤੋਂ ਪਹਿਲਾਂ ਤਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੇ ਕਲਗੀਧਰ ਪਾਤਸ਼ਾਹ ਜੀ ਤੱਕ ਉਹਨਾਂ ਦੀ ਬਾਣੀ, ਯਾਨੀ ਕਿ ਉਹਨਾਂ ਦੀ ਸਿੱਖਿਆ ਦਿਖਿਆ, ਉਹਨਾਂ ਦੀ ਬਾਣੀ ਤੇ ਪੂਰਨ ਵਿਸ਼ਵਾਸ ਤੇ ਭਰੋਸਾ ਰੱਖੇ, ਕਿੰਤੂ ਪਿੰਤੂ ਤਰਕ ਨਾ ਕਰੇ। ਉਹਨਾਂ ਦੀ ਬਾਣੀ ਤੇ ਉਹਨਾਂ ਦੀ ਸਿੱਖਿਆ ਦਿਖਿਆ ਤੇ ਪੂਰਨ ਵਿਸ਼ਵਾਸ, ਭਰੋਸਾ, ਯਕੀਨ ਲੈ ਕੇ ਚੱਲੇ। ਤੇ ਫਿਰ ਹੁਣ ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਜੀ ਤੱਕ ਇੱਕ ਗੱਲ ਸਿਖਾਈ ਗਈ ਆ, ਜਿਹੜਾ ਦਸਮ ਪਾਤਸ਼ਾਹ ਜੀ ਨੇ ਮੋਹਰ ਲਾਈ ਨਾ, ਜਿਵੇਂ ਗੁਰੂ ਨਾਨਕ ਸਾਹਿਬ ਨੇ ਤਿੰਨਾਂ ਸ਼ਬਦਾਂ ਦੇ ਅੰਦਰ ਸਿੱਖਿਆ ਦਿੱਤੀ ਆ ਪੂਰੇ ਸੰਸਾਰ ਨੂੰ, ਇਹਨਾਂ ਤਿੰਨਾਂ ਸ਼ਬਦਾਂ ਦੀ ਵਿਆਖਿਆ ਹੋ ਰਹੀ ਆ ਪੂਰਾ ਗੁਰੂ ਗ੍ਰੰਥ ਸਾਹਿਬ ਤੇ ਗੁਰ ਇਤਿਹਾਸ। ਗੁਰੂ ਨਾਨਕ ਸਾਹਿਬ ਦੇ ਸ਼ਬਦ ਸੀ, ਸਭ ਤੋਂ ਪਹਿਲਾਂ ਕਿਰਤ ਕਰ, ਵੇਲੜ ਨਾ ਰਹਿ। ਅੱਜ ਤੱਕ ਜ਼ਿਆਦਾਤਰ ਵੇਲੜ ਬਹੁਤ ਜ਼ਿਆਦਾ ਨੇ, ਵਿਹਲੇ ਰਹਿਣਾ। ਗੁਰੂ ਨਾਨਕ ਨੇ ਕਦੀ ਵਿਹਲਾ ਰਹਿਣ ਵਾਸਤੇ ਨਹੀਂ ਕਿਹਾ, ਬਲਕਿ ਇਹ ਕਿਹਾ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਅਗਵਾਈ ਦਿੱਤੀ ਕਿ ਕਾਲ ਖਾਏ ਕਛ ਹੱਥੋਂ ਤੇ ਨਾਨਕ ਰਾਹ ਪਛਾਣੇ ਸੇ। ਇਸੇ ਤਰ੍ਹਾਂ ਕਿਰਤ ਬਿਰਤ ਕਰ, ਧਰਮ ਦੀ ਲੈ ਪ੍ਰਸ਼ਾਦ ਆਣ ਵਰਤਨ ਦਾ। ਧਰਮ ਇੱਕ ਮਰਿਆਦਾ, ਸੱਚੀ ਸੁੱਚੀ, ਝੂਠੀ ਕਿਰਤ ਨਹੀਂ। ਗੁਰੂ ਨਾਨਕ ਸਾਹਿਬ ਨੇ ਕਿਹਾ ਕਿਰਤ ਕਰ, ਕਿਰਤੀ ਬਣ, ਮਿਹਨਤੀ ਬਣ, ਵੇਲੜ ਨਾ ਰਹਿ। ਸੱਚ ਜਾਣਿਓ, ਅੱਜ ਧਰਮ ਤਾਂ ਸਾਨੂੰ ਸਿਖਾ ਰਿਹਾ ਸੀ ਕੁਛ ਹੋਰ, ਅੱਜ ਧਰਮ ਨੇ ਸਾਨੂੰ ਵੇਲੜ ਰਹਿਣਾ ਸਿਖਾਤਾ। ਬਸ ਗੁਰਦੁਆਰਿਆਂ 'ਚ ਜਾਓ ਤੇ ਰੋਟੀ ਖਾ ਲਓ, ਕੰਮ ਕਰਨ ਦੀ ਕੋਈ ਲੋੜ ਹੀ ਨਹੀਂ ਗੀ। ਹਾਲਾਂਕਿ ਗੁਰੂ ਨਾਨਕ ਸਾਹਿਬ ਨੇ ਲੰਗਰ ਤੇ ਛਕਾਇਆ ਸੀ ਕਿ ਇਹ ਲੰਗਰ ਦੀ ਮਰਿਆਦਾ, ਉੱਚੀਆਂ ਨੀਵੀਆਂ ਨੂੰ ਇੱਕ ਜਗ੍ਹਾ ਬਿਠਾਉਣ ਦੀ ਗੱਲ, ਅੱਜ ਖਾਲੀ ਢਿੱਡ ਭਰਨ ਵਾਲੀ ਗੱਲ ਆ। ਲੰਗਰ ਦੀ ਗੱਲ, ਢਿੱਡ ਭਰਨ ਵਾਲੀ ਗੱਲ। ਅਸੀਂ ਸਗੋਂ ਇਹ ਲੰਗਰ ਚਲਾ ਕੇ ਵਿਹਲੜ ਬਣਾਤੇ ਨੇ, ਚੱਲ ਗੁਰਦੁਆਰੇ ਲੰਗਰ ਮਿਲ ਜਾਣਾ ਆ, ਅਸੀਂ ਉੱਥੋਂ ਖਾ ਲੈਣਾ ਆ। ਵਿਹਲੜ ਜ਼ਿਆਦਾ ਪੈਦਾ ਹੋ ਗਏ ਨੇ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਕਿਰਤ ਕਰ, ਕਿਰਤ, ਮਿਹਨਤ ਕਰ, ਤੇ ਨਾਲ ਨਾਲ ਫਿਰ ਨਾਮ ਜਪ। ਇਹ ਤੇਰਾ ਫਰਜ਼ ਹੈ, ਇਸ ਸੰਸਾਰ ਤੇ ਆਇਆ ਤੂੰ ਨਾਮ ਜਪਣ ਵਾਸਤੇ ਆਇਆ। ਗੁਰੂ ਨਾਨਕ ਦੇ ਘਰ ਨਾਮ ਦੀ ਮਹਿਮਾ ਆ। ਕਿਰਤ ਕਰ, ਇਸ ਸਰੀਰ ਨੂੰ ਪਾਲਣ ਵਾਸਤੇ ਕੋਈ ਨਾ ਕੋਈ ਰੋਜੀ ਰੋਟੀ ਦਾ ਹੀਲਾ ਵਸੀਲਾ ਬਣਾ, ਤੇ ਕਿਰਤ ਕਰ, ਤੇ ਫਿਰ ਨਾਮ ਜਪ, ਸਿਮਰਨ ਕਰ। ਸਗਲ ਧਰਮ ਹੈ ਉੱਤਮ ਧਰਮ ਜਿਹੜਾ, ਉਹਦੀ ਗੱਲ ਕਰਦੇ ਆ। ਕਹਿੰਦੇ ਕਿਰਤ ਕਰ, ਨਾਮ ਜਪ, ਤੇ ਫਿਰ ਇਹਨਾਂ ਦੋਵਾਂ ਦੇ ਵਿੱਚੋਂ ਵੰਡ ਛਕ। ਵੰਡਣ ਤੋਂ ਮੁਰਾਦ ਜੋ ਵੀ ਤੇਰੀ ਸਮਰੱਥਾ ਹੈ। ਜੇ ਕਿਸੇ ਕੋ ਵਿਚਾਰੇ ਕੋ ਰੋਟੀ ਰੁਜ਼ਗਾਰ ਦਾ ਸਾਧਨ ਨਹੀਂਗਾ ਤੇ ਉਹਨੂੰ ਰੋਟੀ ਰੁਜ਼ਗਾਰ ਦੇ ਸਾਧਨ ਦੀ ਗੱਲ ਕਰ। ਚਲਦੇ ਫਿਰਦੇ ਫਕੀਰ ਨੂੰ ਪ੍ਰਸ਼ਾਦਾ ਛਕਾ। ਹੁਣ ਖਾਸ ਕਰਕੇ ਇਹ ਕਿਰਤ ਸੀ, ਇਹ ਲੰਗਰ
ਲੋੜਵੰਦਾਂ ਵਾਸਤੇ, ਜਿਹੜੇ ਅਸਹਾਏ ਨੇ, ਜਿਹੜੇ ਕੁਝ ਕਰ ਨਹੀਂ ਸਕਦੇ, ਉਹਨਾਂ ਵਾਸਤੇ। ਅੱਜ ਸਾਰੇ ਉਸੇ ਲਾਈਨ 'ਚ ਖੜੇ ਹੋ ਗਏ ਨੇ। ਫਿਰ ਵੰਡ ਛਕ ਧਰਮ ਦੇ ਪੱਖੋਂ ਵੀ ਜਿਹੜੇ ਭੁੱਖੇ ਨੇ, ਨਾਮ ਦੇ ਪੱਖੋਂ ਉਹਨਾਂ ਨੂੰ ਉੱਚਾ ਚੁੱਕ, ਕਿਰਤ ਕਰ, ਨਾਮ ਜਪ ਤੇ ਵੰਡ ਛਕ। ਇਹੋ ਗੱਲ ਕਲਗੀਧਰ ਪਾਤਸ਼ਾਹ ਜੀ ਕਹਿ ਰਹੇ ਨੇ। ਉਹਨਾਂ ਦੀ ਸਿੱਖਿਆ ਦਿਖਿਆ ਤੇ ਇਹ ਹੈ ਨਾ ਕਿ ਤਾਂ ਹੀ ਤੇ ਗੱਲ ਬਣੇਗੀ। ਖਾਲੀ ਫਾਰਮੈਲਿਟੀ ਥਲੀ ਆ, ਆਏ ਤੇ ਗਏ ਤੇ ਗਏ ਤੇ ਆਏ। ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਗੁਰੂ ਪਾਤਸ਼ਾਹ ਜੀ ਦੇ ਵਚਨ ਕੀ? पूजा अकाल की, परचा शब्द का, दीदार खालसे दे। पूजा करनी है ना एक अकाल पुरख नूं मन्नी, बस बंदियां नूं ना मन्नी। और अज असीं अकाल पुरख नूं छड्ड के बंदियां नूं ज्यादा मनदे हैं। बंदे दी गल ज्यादा सुणदे हैं, अकाल पुरख दी गल घट सुणदे हैं। ते जिहड़े बंदियां दी गल सुणदे हैं ना, खास करके ਅਸੀਂ ਬੰਦਿਆਂ ਦੇ ਬੰਦੇ ਬਣ ਰਹੇ ਹਾਂ। ਤੇ ਭਾਈ ਸਾਹਿਬ, ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰ ਪੁਰਖ ਛੱਡ ਕੇ ਮਨਮੁਖ ਹੋਵੇ ਬੰਦੇ ਦਾ ਬੰਦਾ। ਉਹਦੇ ਵਰਗਾ ਮਨਮੁਖ ਕੋਈ ਨਹੀਂ ਗਾ ਜਿਹੜਾ ਬੰਦਿਆਂ ਨਾਲ ਜੁੜ ਰਿਹਾ। ਬਸ ਅੱਜ ਜ਼ਿਆਦਾਤਰ ਅਸੀਂ ਬੰਦਿਆਂ ਨਾਲ ਜੁੜ ਰਹੇ ਹਾਂ। ਅਸੀਂ ਜੁੜਦਾ ਅਕਾਲ ਪੁਰਖ ਨਾਲ। ਤੇ ਅਕਾਲ ਪੁਰਖ ਦੀ ਬਾਣੀ ਇਹ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਆ। ਉਸ ਮਾਲਕ ਦੀਆਂ ਗੱਲਾਂ ਨੇ ਇੱਥੇ। ਉਹ ਗੱਲਾਂ ਭਾਵੇਂ ਕਿਸੇ ਕੋ ਵੀ ਸੁਣ ਲਈਏ, ਪਰ ਨਹੀਂ, ਅਸੀਂ ਤੇ ਇੱਕ ਵਿਸ਼ੇਸ਼ ਬੰਦੇ ਕੋ ਸੁਣਨੀ ਹੈ। ਫਿਰ ਬੰਦੇ ਦੀ ਗੱਲ ਸੁਣਦੇ ਜੋ, ਉਹ ਰੱਬ ਦੀ ਗੱਲ ਨਹੀਂ ਜੋ ਸੁਣਦੇ। ਪਹਿਲੀ ਗੱਲ ਪੂਜਾ ਅਕਾਲ ਕੀ, ਤੂੰ ਮੰਨਣਾ ਆ ਉਹਨੂੰ ਜਿਹੜਾ ਅਕਾਲ ਆ, ਨਿਰਾਕਾਰ ਆ। फिर परचा शब्द का, विश्वास भरोसा, जिहड़ी तू कमाई करनी है उस शब्द की करनी, जिहड़ा नाम जपना। ते दीदार करने ना, वेखना चाहना आ ते खालसे दे। हुण खालसा खाली लिखण दे नाल खालसा नहीं बन जाना। जना खाना लिखदा फिरदा कि मैं खालसा मैं खालसा। खालसे दी भी पहचान है, खालसे दे भी लक्षण ने, खालसे दियां नियमतां ने, ये निशानियां ने। खालसा कौन है? कलगीधर पातशाह जी दे सवैयां दे विचों खालसे की परिभाषा पढ़दी। खालसा कौन है? खालसा वो जो ते ओदे ही दर्शन करियो बस, जिहड़ा खालसा है। आ पावन सवैया पढ़ो। सतगुर सच्चे पातशाह कहंदे ने, जागत जोत जपे दिस बासर, एक बिना मन नैक न आने। पूर्ण प्रेम प्रतीत सजे, व्रत गौर मड़ी मठ भूल न माने। पूर्ण जोत जगे घट में, तब खालस ताई निखालस जाने। जिहड़ा केवल एक जग दी जोत निरंकार नूं जपदा होवे कि जपो ता एको नामा, अवर निराफल कामा। जागत जोत जपे निसबासर, दिन रात ओदा जाप करे, होर किसे नूं ना मन्ने। अंदर पूर्ण प्रतीत ते विश्वास होवे, यकीन होवे, मड़ियां मसाणा नूं ना मनदा होवे। फिर अंदर पूर्ण विश्वास ते भरोसा लैके, पूर्ण जोत जगे घट में। जदों ये परमेश्वर की जोत जग जे, एक मिकता हो जावे, अंदर तेरे प्रकाश हो जावे, सच जानियो, तब खालस ताई निखालस जाने। कहो कबीर जन भय खालसे, जिम प्रेम भगत तह जानी। प्रेम दा धारनी, नाम जपण वाला होवे, ओ खालसा 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 आ, जिहदा सीधा रब नाल संबंध होवे। ये परिभाषा दसां पातशाहियां दी सिੱਖਿਆ दिखिया। नाल फिर एक विशेष गल कीती, जो इस्तरी पुरुष गुरु नानक साहब तो लैके गुरु गोबिंद सिंह जी की बाणी ते उहदी सिੱਖਿਆ दिखिया ते पूर्ण विश्वास ते भरोसा ते मनदा होवे, ते नाल ही
कलगीधर पातशाह जी की बख्शिश खंडे बाटे का अमृत छकिया होवे तां ते खालसा है, तां ते सिख है। इंसान ते हो सकता चंगा आदमी, पर खालसा नहीं हो सकता, सिख नहीं हो सकता। इसे ढंग दे नाल ये मर्यादा बनाई ते गुरु नानक साहब ने 5 पड़ाव तैयार किए जपजी साहब दे विच, जिहदे विच पहला धर्मखंड की जाच दसी है। धर्मखंड मर्यादा, तू मर्यादा च आ। सच जाने गुरु घर आउण दी भी मर्यादा है, हर चीज की एक मर्यादा है, डिसिपलिन है। अज सब तो ज्यादा जे मर्यादा का घाण हो रहा तो गुरु घर च हो रहा, जिथों मर्यादा सीखनी सी। मन मत जितनी वरती जाती है ये धार्मिक अदारियां च वरती जाती है, भावें मंदिर या मस्जिद या गुरुद्वारा या गिरजा या ज्यादातर मन मत अज गुरुद्वारियां च वरती जाती है, गुरु घर च। दरअसल क्यों वरती जाती? सानू गुरु का खौफ नहीं गा, सानू गुरु का डर नहीं गा। बहुत कुछ हो रहा गुरु घर च। सतगुरु ने तो पहले धर्म की गल दसी सी, मर्यादा च आ। वो धर्मखंड दे विच फिर आपां पिछे जप बाणी दे विच पढ़िया, विचारिया, मालक की किरपा सदका वो वेख होए उहदी रजा च आ पाउण पानी बेसंतर चल रहा, तू भी चल ला प्यारिया। सब कुछ उहदी मर्यादा च। ते जे बेमर्यादी कोई जीव है तो वह मनुख है, वो मनुख ज्यादातर बेमर्यादी हो रहा है। फिर जिहड़ा गुरमुख प्यारा मालक की किरपा सदका मर्यादा च आ गए ना, धर्मखंड चो गुजरदे अगला पड़ा सी गुरु नानक दे घर ज्ञान खंड। ज्ञान यानी उन्हें सूझ-बूझ पता लग जाएगा, ये प्रकाश हो जाएगा की करना, किवें करना, असी इत्थे आए हैं ते की लैण आए हैं, असी ते करना किवें आ, इत्यादि इन्हां बातां दा पता लगेगा। ते ज्ञान खंड दे अखीर दे विच मोहर लाई ना, ज्ञान खंड में ज्ञान प्रचंड तिथे नाद विनोद कोड आनंद। वो नाद दा, वो शब्द का पता लगेगा। जिस शब्द का परचा लाने वास्ते कलगीधर पातशाह जी कहा, हालांकि ये गुरु नानक साहब पहला कह गए ने गल, शब्द की गल, नाद की गल, ते सानू शब्द दे नाल ही जोड़िया आ। इन्ना ज्ञान पैदा हो जाएगा, वो नाद विनोद कोड आनंद वाला उस शब्द का। ताई तो शब्द की आराधना करे, सानू शब्द का पता ही नहीं गा ते आराधना असीं की करनी है, मनना की ते परचा काहदा लाउणा। जदों ये अवस्था प्राप्त हुई जिन्ना गुरमुखां नूं, फिर शर्म खंड आवेगा, मेहनत करेगा ना, अमृत वेले उठेगा, गुरु की दसी मर्यादा मुताबक जिवें सतगुरु ने बाणी च दसिया उवें नाम जपेगा। उत्थे फिर सास ग्रास दे सिमरन की जिवें गल कीती, नितनेम की गल कीती, गुरबाणी दीयां विचारां दी गल सांझी कीती। ये मेहनत है सारी। उस शर्म खंड दे विच साडी फिर घाड़त घड़ी जाएगी। ये नाम बाणी सिमरन दा सदका घड़िए सुरत मत मन बुद्ध, साडा मन घड़िया जाना। मन की एक विचारां दा समूह, चंगे विचार आउणगे, माड़े विचार निकलते जाणगे। साडी सुरत जिहड़ी है, स्रोत सोच वो चंगी हो जाएगी। सुरत मन बुद्ध, बुद्धि चंगे माड़े की परख करने वाली, अकल अकली साहब सेविए अगली पाइए मान, यदि घाड़त घड़ी जाती है। फिर सुरां सिद्धां की सुध, वो देवतियां की सुध आ जाएगी। जिवें वो देवते में बड़े हैं ना, श्री आसा की वार के अंदर बाबा जी ने गुरु की वडियाई करदे आ पिछे आपां विचार की ना कि बलिहारी गुरे अपने दियोहाड़ी सदवार, जिन मानस ते देवते किए करत न लागी बार। वो देवतियां वाली शुद्ध बुद्ध आ जाएगी, ज्ञान आ जाएगा। इसे ढंग नाल जदों इस मुकाम ते पहुंच गए तो फिर चौथा खंड आ जाना, जिथे साडा जीवन वेख के वो कर्म बख्शिश वाला, रहमत वाला,
ਫਿਰ ਉਸ ਅਵਸਥਾ ਦੇ ਵਿੱਚ ਸਾਨੂੰ ਪ੍ਰਾਪਤੀਆਂ ਹੋਣੀਆਂ ਨੇ। ਮਿਹਨਤ ਕੀਤੀ ਹੈ ਤਾਂ ਉਹਦੀ ਪ੍ਰਾਪਤੀ ਤਾਂ ਹੋਏਗੀ ਨਾ। ਕਰਮ ਖੰਡ ਕੀ ਬਾਣੀ ਜ਼ੋਰ, ਉਸ ਅਵਸਥਾ ਦੇ ਵਿੱਚ ਗੁਰਮੁਖੋ ਤੁਹਾਡੀ ਬਾਣੀ ਅੰਦਰ ਜ਼ੋਰ ਆ ਜਾਣਾ। ਜੋ ਤੁਸੀਂ ਕਹੋਗੇ ਪੂਰਨ ਹੋਏਗਾ। ਇੱਕ ਪ੍ਰਾਪਤੀ ਆ। ਉਸ ਅਵਸਥਾ ਦੇ ਵਿੱਚ ਤੁਸੀਂ ਇੱਕਮਿਕ ਹੋ ਜਾਓਗੇ ਉਸ ਪਰਮਾਤਮਾ ਦੇ ਨਾਲ, ਰੱਬ ਜੀ ਦੇ ਨਾਲ। ਫਿਰ ਤੁਸੀਂ ਤੇ ਤੁਹਾਡੇ ਪਰਮਾਤਮਾ ਦੇ ਵਿੱਚ ਕੋਈ ਭੇਦ ਨਹੀਂਗਾ। ਜਿਵੇਂ ਅੰਮ੍ਰਿਤ ਬਾਣੀ ਨੇ ਕਈ ਥਾਵਾਂ ਤੇ ਇਸ ਚੀਜ਼ ਦੀ ਮੋਹਰ ਲਾਈ ਹੈ, ਹਰ ਜਨ ਹਰ ਏਕ ਹੈ। ਉਹ ਗੁਰਮੁਖ ਪਿਆਰਾ, ਉਹ ਹਰੀ ਪਰਮਾਤਮਾ ਇੱਕਮਿਕ ਹੋ ਜਾਂਦਾ, ਕੋਈ ਪਛਾਣ ਨਹੀਂ ਸਕਦਾ। ਇਹ ਅੰਦਰ ਦੀਆਂ ਬਾਤਾਂ ਨੇ। ਅਸੀਂ ਤਾਂ ਡਿਸਾਈਡ ਕਰਦੇ ਹਾਂ ਦੂਸਰੇ ਨੂੰ, ਆਪਣੇ ਆਪ ਨੂੰ ਵੇਖਦੇ ਨਹੀਂ। ਅਸੀਂ ਕੀ ਕਰਦੇ ਅਸੀਂ, ਔਰ ਗੁਰਮਤਿ ਇਹ ਕਹਿੰਦੀ ਤੂੰ ਆਪਣੇ ਆਪ ਨੂੰ ਵੇਖ, ਦੂਜੇ ਨੂੰ ਨਾ ਵੇਖੀ। ਆਪ ਸਵਾਰੇ ਮੈਂ ਮਿਲੇ, ਆਪਣਾ ਆਪਾ ਸਵਾਰ ਲਓ ਬਸ, ਕਿਸੇ ਨੂੰ ਸਵਾਰਨ ਦੀ ਕੋਈ ਗੱਲ ਨਹੀਂ। ਜਦੋਂ ਇਸ ਅਵਸਥਾ 'ਚ ਚੱਲਦੇ ਆ ਤੇ ਸਤਿਗੁਰ ਨੇ ਬਖਸ਼ਿਸ਼ਾਂ ਤੇ ਰਹਿਮਤਾਂ ਵਾਲਾ ਇਹ ਖੰਡ ਵਰਤਾਇਆ। ਕਰਮ ਖੰਡ ਹੈ ਨਾ ਬਖਸ਼ਿਸ਼, ਤੇ ਸੁਭਾਵਿਕ ਤੁਸੀਂ ਸੱਚਖੰਡ ਵਸੇ ਨਿਰੰਕਾਰ ਪਹੁੰਚ ਜਾਓਗੇ। ਬੋਲੋ ਸਤਿਨਾਮ। ਸਾਡੀ ਮੰਜ਼ਿਲ ਪੂਰੀ ਹੈ। ਇਸੇ ਢੰਗ ਦੇ ਨਾਲ ਆਸਾ ਕੀ ਵਾਰ ਦੀ ਆ ਜਿਹੜੀ ਦੂਜੀ ਪੌੜੀ ਆਪਾਂ ਸਰਵਣ ਕੀਤੀ ਆ, ਇਹ ਸਾਰਾ ਕੁਝ ਕਰਾਉਣ ਵਾਸਤੇ ਸਤਿਗੁਰੂ ਜੀ ਨੇ ਇਸ ਪੌੜੀ ਦੇ ਵਿੱਚ ਬਖਸ਼ਿਸ਼ ਤੇ ਰਹਿਮਤ ਕੀਤੀ। ਤੇ ਮੈਂ ਬੇਨਤੀ ਕਰਾਂ, ਜਿੱਥੇ ਇੱਕ ਸੰਸਾਰ ਆ ਤੇ ਇੱਕ ਨਿਰੰਕਾਰ ਹੈ, ਦੋ ਮੰਡਲ ਆ ਨਾ, ਜੋੜੇ ਦੀ ਗੱਲ ਕਰੀਦੀ ਹੈ। ਇੱਕ ਸੰਸਾਰੀ ਮੰਡਲ, ਇੱਕ ਨਿਰੰਕਾਰੀ ਮੰਡਲ। ਇਹਦੇ ਵਿੱਚ ਜੇ ਸਫਲਤਾ ਪ੍ਰਾਪਤ ਕਰਨੀ ਹੈ, ਭਾਵੇਂ ਸੰਸਾਰੀ ਤੌਰ ਤੇ ਆ ਕਾਰੋ ਵਿਹਾਰ ਸਿੱਖਦੇ ਆ ਨਾ ਬੱਚੇ, ਕੋਈ ਵੀ ਪੜ੍ਹਾਈ ਆ ਜਾਂ ਕੋਈ ਮਕੈਨਿਕੀ ਕੰਮ ਆ, ਤੇ ਦੋ ਕਾਰਨਾਂ ਨਾਲ ਸਿੱਖਿਆ ਜਾਂਦਾ, ਤੀਸਰਾ ਕਾਰਨ ਕੋਈ ਨਹੀਂ ਗਾ। ਦੋ ਕਾਰਨ ਨੇ ਬਸ, ਦੋ ਵਜ੍ਹਾ, ਦੋ ਵਸੀਲੇ। ਉਹ ਕੀ ਨੇ? ਜਾਂ ਤੇ ਅਸੀਂ ਭਾਉ ਮਾਨੇ ਪਿਆਰ, ਤੇ ਜਾਂ ਭਾਉ ਡਰ ਦੇ ਨਾਲ। ਜਾਂ ਤੇ ਪੜ੍ਹਾਈ ਵੀ ਅੱਜ ਬੱਚਿਆਂ ਨੂੰ ਕਿਉਂ ਡਰਾਇਆ ਜਾਂਦਾ? ਮੈਨੂੰ ਇਹ ਦੱਸੋ, ਟੀਚਰ ਦੀ, ਜਿਹੜਾ ਸਾਡਾ ਗੁਰੂ ਆ, ਤੇ ਉਸ ਸਿੱਖ ਦੀ, ਵਿਦਿਆਰਥੀ ਦੀ ਕੋਈ ਦੁਸ਼ਮਣੀ ਆ? ਉਹਨੂੰ ਡੰਡਾ ਮਾਰਨਾ, ਉਹਨੂੰ ਡਾਂਟ ਪਾਉਣੀ, ਉਹ ਇਸ ਕਰਕੇ ਇਹ ਡਰ ਕੇ ਇਹ ਗਿਆਨ ਪ੍ਰਾਪਤ ਕਰੇ, ਗਿਆਨ ਪ੍ਰਾਪਤ ਕਰੇ ਤੇ ਇਹਦੀ ਘਾੜਤ ਘੜੀ ਜਾਵੇ। ਟੀਚਰ ਦੀ ਕੋਈ ਦੁਸ਼ਮਣੀ ਨਹੀਂ ਹੁੰਦੀ। ਅੱਜ ਬੱਚੇ ਕਹਿੰਦੇ ਫਲਾਣਾ ਟੀਚਰ ਜੀ ਖੜੂਸ ਆ, ਉਹ ਭਾਈ ਤੁਹਾਡੀ ਉਹਦੀ ਦੁਸ਼ਮਣੀ ਆ ਕੋਈ? ਕਿਉਂਕਿ ਗੁਰਮੁਖੋ ਇਸੇ ਢੰਗ ਦੇ ਨਾਲ ਭਗਤੀ ਵੀ ਨਿਰੰਕਾਰੀ ਮੰਡਲ ਤੇ ਇਹਨਾਂ ਦੋ ਤਰੀਕਿਆਂ ਨਾਲ ਹੋਣੀ ਹੈ, ਭਾਉ ਤੇ ਭਾਉ। ਔਰ ਇਹ ਵੀ ਜੁੜੇ ਹੋਏ ਨੇ। ਭਗਤੀ ਤਾਂ ਹੋਣੀ ਆ ਭਾਉ ਦੇ ਨਾਲ, ਪਿਆਰ ਨਾਲ। ਭਾਉ ਬਿਨ ਭਗਤ ਨਾ ਹੋਏ, ਇਹ ਗੁਰਬਾਣੀ ਦਾ ਫੈਸਲਾ ਹੈ। ਸਾਡੇ ਅੰਦਰ ਉਹਦੇ ਨਾਲ ਪਿਆਰ ਹੀ ਨਹੀਂਗਾ, ਤਾਂ ਅਸੀਂ ਕੀ ਉਹਨੂੰ ਭਗਤੀ ਕਰ ਲਵਾਂਗੇ? ਪਿਆਰ ਹੈ ਹੀ ਨਹੀਂਗਾ ਤੇ ਗੱਲ ਸੁਣਨੀ ਨਹੀਂ, ਪਿਆਰ ਹੈ ਹੀ ਨਹੀਂਗਾ ਤੇ ਵਾਹਿਗੁਰੂ ਬੋਲਣਾ ਨਹੀਂ। ਜਿਨ੍ਹਾਂ ਦਾ ਪਿਆਰ ਹੁੰਦਾ ਤਾਂ ਮੱਲੋ ਮੱਲੀ ਬੋਲਦੇ ਨੇ। ਭਾਉ ਬਿਨ ਭਗਤ ਨਾ ਹੋਏ। ਹੁਣ ਭਾਉ ਪੈਦਾ ਕਰਨ ਵਾਸਤੇ ਭਾਉ ਜ਼ਰੂਰੀ ਹੈ, ਡਰ ਜ਼ਰੂਰੀ ਹੈ ਪਰਮਾਤਮਾ ਦਾ। ਤੇ ਜਿਸ ਦਾ ਜ਼ਿਕਰ ਗੁਰਬਾਣੀ 'ਚ ਕੀਤਾ ਕਿ ਜਿਨ ਮਨ ਭਾਉ, ਜਿਨ੍ਹਾਂ ਦੇ ਮਨ 'ਚ ਭਾਉ ਆ ਨਾ, ਡਰ ਆ, ਖੌਫ ਆ, ਤੇ ਨਾ ਮਨ ਭਾਉ, ਉਹ ਭਾਉ ਤਾਂ ਹੀ ਬਣਨਾ ਜੇ ਡਰ ਹੋਵੇਗਾ। ਤੇ ਗੱਲੀ ਬਾਤੀ ਭਾਉ ਨਹੀਂ ਬਣਦਾ। ਜਿਨ ਮਨ ਭਾਉ ਤੇ ਨਾ ਮਨ ਭਾਉ, ਤੇ ਫਿਰ ਉਹ ਗੱਲ ਬਣ ਜਾਣੀ। ਜਿਨ੍ਹਾਂ ਦੇ ਮਨ 'ਚ ਭਾਉ ਹੈ, ਭਾਵ ਹੈ, ਉਹ ਭਗਤੀ ਆ। ਭਾਉ ਬਿਨ ਭਗਤ ਨਾ ਹੋਏ। ਉਸ ਭਾਵਨਾ ਨੂੰ ਪੈਦਾ ਕਰਨ ਵਾਸਤੇ ਇਹ ਭਾਉ ਜ਼ਰੂਰੀ ਹੈ। ਤੇ ਉਸ ਭਾਵਨਾ ਨੂੰ ਪੈਦਾ ਕਰਨ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਹ ਰਹਿਮਤਾਂ ਵਰਤਾਈਆਂ ਸੰਸਾਰ ਤੇ। ਕਹਿਣ ਲੱਗੇ ਕਿ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ ਸੀ ਨਾ, ਤੇ ਫਿਰ ਦੂਈ ਕੁਦਰਤ ਸਾਜੀ ਸੀ। ਉਸ ਕੁਦਰਤ ਨੂੰ ਚਲਾਉਣ ਵਾਸਤੇ ਤੇ ਇਹਦੀ ਸਫਲਤਾ ਵਾਸਤੇ ਕੀ ਕੀਤਾ? ਹੁਣ ਸਤਿਗੁਰ ਕਹਿੰਦੇ ਨਾਨਕ ਜੀ ਉਪਾਏ ਕੇ, ਪੌੜੀ ਅੰਦਰ ਇਹ ਦੂਜੀ ਪੌੜੀ ਹੈ, ਨਾਨਕ ਜੀ ਉਪਾਏ ਕੇ ਲਿਖ ਨਾਵੇਂ ਧਰਮ ਬਹਾਲਿਆ। ਇਹ ਸਾਰੇ ਜੀਵ ਜੰਤੂ ਪੈਦਾ ਕਰਕੇ
बना के इन्हां सारियां दा लेखा जोखा करन वास्ते खास करके मनुख कैटेगरी मनुखां दी उत्ते धर्मराज एक बिठाता बई तू इन्हां दी निगाह रखनी है ते इन्हां को एक कर्म कराउणे लिख नावे धर्म बहालिया और वो धर्मराज ने तुहाडे कर्मां दा लेखा जोखा वेखना। बाणी च भी गल कही है कि गुरमुखो ओदी दरगाह दे विच तुहाडे कर्म वाचे जाने ने और कर्म ने दो तरह दे एक चंगे कर्म एक बुरे कर्म एक चंगे कर्म एक बुरे कर्म ते उसे दा जिक्र कीता ना चंगियाइयां बुरियाइयां वाचे पढ़े जाने बोले जाने वाचे धर्म अधूर धर्मराज दी कचहरी ते ये तुहाडे चंगे माड़े कर्म वाचे जाने जो तुसी कर रहे हो। ते अक्सर असी पढ़ते हैं इस बंदे नूं इस जीव नूं समझाउण वास्ते गुरमुखां ने भगतां ने यह गल कही धर्मराय जब लेखा मांगे क्या मुख लेके जाएगा। ओ प्यारिया जदों धर्मराज ने तेरे को लेखा जोखा मंगना कि तू आया सा ते कीता की मर्यादा च चलिया सा गुरु दी गुरु दा कहना मन्निया सी मन मर्जियां कीतियां आ फिर आण मिलो सजना पटे दे नाल जिवें चोरां नूं पटा चढ़दा तेनू भी नरक दे विच पाउणा उन्हां सजना ने। सतगुर कहण लगे नानक जी उपाय के ये जी पैदा करके लिख नावे धर्म बहालिया इन सारियां दे उत्ते एक धर्मराज मुकर्रर कर दिता है इन्हां जीवां दे लेखे जोखे वास्ते ते जिहो जिहा लेखा आ चंगे कर्म ने ते परमात्मा दी नेड़ता आ जाएगी और माड़े कर्म ने परमात्मा तो दूरी हो जाएगी। फिर 84 दा गेड़ आ चंगियाइयां बुरियाइयां वाचे धर्म अधूर कर्मी आपो अपनी के नेड़े के दूर। फिर सतगुर कहने लगे अगे देखो उन्हें धर्मराज ते बिठाता हुण उन्हें तुहाडा कर्म वेखना उथे सच्चे ही सच निबड़े चुण वख कड़े जज मालिया उहदी कचहरी दे विच। हुण कई सज्जण कहंदे ने कौन है जी लेखा जोखा कोई गल नहीं गी। हुण गुरमुखो अगर ये आम इंसान की गल हुंदी तो असीं मन सकदे सां। आ जिहड़ी तुहाडी बाणी है ना गुरु ग्रंथ साहिब दे अंदर ये आप निरंकार बोल रहा है और इस बाणी नूं पता की कहा गया जे समझो ते ना समझण वास्ते कुछ भी नहीं। इस बाणी नूं बहुत वड्डी गल कही है कि वाहो वाहो बाणी निरंकार है ये निरंकार जो नहीं तो आम करके तेन खिडौना ही समझते। अज साडी कमाई का साधन बन गया गुरु ग्रंथ साहब माफ करना चार इट्टां खड़ियां करो गुरु ग्रंथ साहब का प्रकाश करो तो झंडा साहब गड्ड के तो गुरुद्वारा बन गया साडियां कमाइयां बन गई आ डेरे बन गए कमाई का साधन बन गया। ये बाणी का विचारण और साडे जीवन की सफलता वास्ते सी। असीं गुरु ग्रंथ साहब नूं अपना धंधा बना लिया धंधा लोकां ने चलो गुरुद्वारे चलिए गुरुद्वारे वाहवा काम है इन्हूं विचारते नहीं गे इहदे ते पैरा नहीं देंदे तो वह गुरु ग्रंथ साहब बोल के कह रहा जो वो सजना चेता कर खास करके ये रब का जिक्र किया लेखा रब मंगीसिया बैठा कड वही बई खाता हुंदा ना और रब ने तेरे को लेखे जोखे मंगने ने तू की कीता ते की नहीं कीता। फिर उत्थे तेरा ना उस दरगाह ते कोई पल्ला फड़ने वाला नहीं गा। इत्थे तुसी झूठियां कचहरियां भी खरीद लोगे तो अज खास करके वो कचहरी दे विच जिहड़ा खास करके एक लोगो बनिया ना लोगो एक औरत दे रूप दे विच एक लत्त ते खलोती ते तकड़ी जी फड़ी आ वेखियो देखो लोगो बनाने वाले ने भी कैसा बनाया ਉਹਦੀ ਅੱਖ ਤੇ पट्टी पहला बनती है जिन्हों पता नहीं पलड़ा थले आ के उत्ते आ ते इनू कहंदे अंधा कानून। ये दुनिया के अन्ने कानून ने जज खरीदे जाते ने निर्दोष मारे जाते ने दोषी रिहा हो जाते ने ये झूठियां कचहरियां च पर ओदी कचहरी च ऐसा नहीं गा। झूठ झूठ होवेगा ते सच सच होवेगा
इसे करके क्या, जदों लेखा जोखा सजना तेरे कर्मां दा होना, तू की कीता ते की नहीं कीता, उथे उस कचहरी च सच्चे ही सच निबड़े। बाबा फरीद साहब ने इसे करके तो होका दे के लोगों को समझाया बाणी च, वो दुनिया के लोगों सुनो कि फरीदा जिन्नी कमी नाए गुण ती कमड़े भी सार, मत शर्मिंदा थी वही साईं दे दरबार। फरीद साहब लोगों को समझाता, कहते अपना नाम लेंदे हाँ फरीदा इहो जिहा काम ना करी, क्योंकि ये पक्का बना लो असी साईं दे दरबार जाना है, उथे लेखा जोखा होना है। ऐसा कोई मंद कर्म ना करी जो तेन शर्मिंदगी लैनी पवे, मुंह नीवा करना पवे। वो फैसला कर लग्या किसी का लिहाज नहीं करना उन्हें। उथे सच्चे ही सच निबड़े, उथे सच निबड़दा धर्मराज की कचहरी च, भावें कोई भी होवे। इत्थे तुसीं रोब पा लोगे, तुसीं राजनीतिक सत्ता दे विच जो कचहरियां खरीद लो, तुसीं मायाधारी जो कचहरी खरीद लो। अज तां जज भी खरीदे जांदे ने जिन्हां तो एक उम्मीद हुंदी आ। दुनियावी कचहरियां दी गल गुरु नानक साहब दे भी वेले कीती ना, उदों भी खास करके काजी मुलाने ये फैसले करते हुंदे सी। ते जिहदा भाई साहब गुरदास जी ने जिक्र किया ना, काजी होए रिश्वती। अज भी रिश्वत लैके बहुत कुछ हुंदा है, पर उत्थे कोई रिश्वत नहीं जो चलनी। तुहाडी धन दौलत रखिया रखाया रह जाना तुहाडा, उत्थे तुहाडे कर्म ही वाचिया जाना, की कीता ते की नहीं कीता। चंगा कीता ते आजा जी आया नूं, चंगे कर्म करने वाले नूं बड़ा सत्कार मिलदा उत्थे, ते माड़ा करने वाले नूं भी बड़ा कुछ मिलदा। जो की मिलदा आओ बयान करिए। उत्थे सच्चे ही सच निबड़े, धर्मराज की कचहरी च रब दे घर सच निबड़दा जो, बल्कि चुण वख कड़े जजमालिया। उस जजमाले ने, उस जमा ने उस धर्मराज की कचहरी दे विच सारिਆਂ ਨੂੰ चुन चुन के वखरे कर लेना, चंगियां नूं अड्ड ते माड़ियां नूं अड्ड। हुण जिहड़े चंगे ने ਉਹ ਕੀ ਕਰਦੇ ਨੇ, ਤੇ ਜਿਹੜੇ ਮਾੜੇ ਨੇ ਤੇ ਉਹ ਕੀ ਹੁੰਦਾ ਹੈ। ਪਹਿਲਾਂ ਮਾੜਿਆਂ ਦੀ ਜ਼ਿਕਰ ਕਰਤੀ ਮਾਲ ਧੰਨ ਗੁਰੂ ਨਾਨਕ ਸਾਹਿਬ ਨੇ, ਕਹਿਣ ਲੱਗੇ ਥਾਉ ਨਾ ਪਾਇਨ ਕੁੜਿਆਰ ਮੂੰਹ ਕਾਲੇ ਦੋਜਕ ਚਾਲਿਆ। ਜਿਹੜੇ ਕੁੜਿਆਰ ਆ ਨਾ, ਮਾੜੇ ਕਰਮ ਕਰਨ ਵਾਲੇ ਝੂਠੇ ਲੋਕ, ਉਹਨਾਂ ਦਾ ਸਭ ਤੋਂ ਪਹਿਲਾਂ ਮੂੰਹ ਕਾਲਾ ਹੁੰਦਾ। ਮੂੰਹ ਕਾਲੇ ਤੋਂ ਮਤਲਬ ਦਾਗ ਲੱਗਦਾ ਆ, ਇਹ ਔਗਣਾ ਦਾ, ਜਿਹਨੂੰ ਆਪਾਂ ਅੰਮ੍ਰਿਤ ਬਾਣੀ ਚ ਨਹੀਂ ਕਹਿੰਦੇ ਦਾਗ ਦੋਸ ਮੂੰਹ ਚਲਿਆ ਲਾਏ। ਉਹਦੀ ਕਚਹਿਰੀ ਚ ਉਹਨਾਂ ਦਾ ਮੂੰਹ ਕਾਲਾ ਕੀਤਾ। ਹੁਣ ਵੀ ਕੋਈ ਮਾੜਾ ਕਰਮ ਕਰਦੇ ਕਹਿੰਦੇ ਨਾ, ਇਹਨੂੰ ਖੋਤੇ ਤੇ ਚੜਾ ਕੇ ਤਾਂ ਮੂੰਹ ਕਾਲਾ ਕਰਕੇ ਤੇ ਘੁਮਾਓ, ਇਹ ਮਾੜੇ ਕਰਮਾਂ ਦੀ ਨਿਸ਼ਾਨੀ। ਉਹਦਾ ਮੂੰਹ ਕਾਲਾ ਹੁੰਦਾ ਹੈ ਉਹਨਾਂ ਕੁੜਿਆਰਾਂ ਦਾ, ਝੂਠਿਆਂ ਦਾ। ਥਾਉ ਨਾ ਪਾਇਨ ਕੁੜਿਆਰ ਮੂੰਹ ਕਾਲੇ ਦੋਜਕ ਚਾਲਿਆ। ਦੋਜਕ ਕਹਿੰਦੇ ਨੇ ਨਰਕ, ਦੁੱਖਾਂ ਦੇ ਵਿੱਚ ਪਾ ਦੇਣਾ। ਤੇ ਸਭ ਤੋਂ ਵੱਡਾ ਦੁੱਖ ਪਤਾ ਕੀ ਆ? ਜਨਮ ਤੇ ਮਰਨ ਦਾ। ਜਨਮ ਮਰਨ ਦਾ ਦੁੱਖ ਸਭ ਤੋਂ ਵੱਡਾ। ਚੱਲ 84 ਤੇਰੇ ਵਾਸਤੇ ਬਣੀ ਆਈ ਹੈ। ਇੱਥੇ ਬਸ ਨਹੀਂ, ਹੁਣ ਜਿਹੜੇ ਗੁਰਮੁਖ ਪਿਆਰੇ ਉਸ ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗੇ ਰਹਿੰਦੇ ਨੇ, ਉਹਨਾਂ ਵਾਸਤੇ, ਚੰਗੇ ਕਰਮਾਂ ਵਾਲਿਆਂ ਵਾਸਤੇ ਗੱਲ ਕੀਤੀ ਹੈ। ਤੇਰੇ ਨਾਏ ਰੱਤੇ ਸੇ ਜਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਜਿਨ੍ਹਾਂ ਨੇ ਨਾਮ ਦੇ ਵਿੱਚ ਸੁਰਤੀ ਜੋੜੀ ਆ, ਮਾਲਕ ਨੇ ਰਹਿਮਤ ਕੀਤੀ ਆ, ਚੰਗੇ ਕਰਮ ਕੀਤੇ ਨੇ ਗੁਰਮੁਖਾਂ ਨੇ, ਮਹਾਂਪੁਰਸ਼ਾਂ ਨੇ, ਉਹ ਆਪਣੀ ਮਨੁੱਖਾ ਬਾਜੀ ਜਿੱਤ ਲਈ, ਜਿੱਤ ਲਈ। ਜਕਾਰੇ ਛੱਡੇ ਜਾਂਦੇ ਉਹਨਾਂ ਤੇ। ਮਾਨਸ ਕਿਆ ਵਿਚਾਰਾ, ਇਹ ਮਨੁੱਖਾਂ ਦੀ ਗੱਲ ਨਹੀਂ। ਤੈ ਲੋਕ ਸੁਣਾਏ ਸੀ ਤਿੰਨਾਂ ਲੋਕਾਂ ਦੇ ਵਿੱਚ। ਮਾਨਸ ਕਿਆ ਵਿਚਾਰਾ, ਤੈ ਲੋਕ ਸੁਣਾਏ ਸੀ। ਤਿੰਨਾਂ ਲੋਕਾਂ ਦੇ ਵਿੱਚ ਉਹਦੀ ਜੈ ਜੈਕਾਰ ਹੁੰਦੀ ਹੈ। ਜਿਹੜੇ ਗੁਰਮੁਖ ਪਿਆਰੇ ਇੱਥੋਂ ਬਾਜੀ ਜਿੱਤ ਕੇ ਜਾਂਦੇ ਨੇ। ਤੇਰੇ ਨਾਏ ਰੱਤੇ ਸੇ ਜਣ ਗਏ, ਉਹ ਜਿੱਤ ਕੇ। ਹਾਰ ਗਏ ਸੇ ਠੱਗਣ ਵਾਲਿਆ, ਉਹ ਜਿਹੜੇ ਲੋਕਾਂ ਨੂੰ ਠੱਗਦੇ ਸੀ ਨਾ, ਝੂਠ ਬੋਲਦੇ ਸੀ, ਫਰੇਬੀ ਬੋਲਦੇ ਸੀ, ਉਹ ਆਪ ਠੱਗੇ ਗਏ ਨੇ ਉਹਦੀ ਕਚਹਿਰੀ ਦੇ ਵਿੱਚ।
ਉਹਨਾਂ ਨੂੰ ਦੋਜਕਾਂ ਦੇ ਵਿੱਚ ਅੱਗ ਦੇ ਵਿੱਚ ਸਾੜਿਆ ਗਿਆ। ਇਸ ਕਰਕੇ ਲਿਖ ਨਾਵੇਂ ਧਰਮ ਬਹਾਲਿਆ। ਰੋਜ਼ ਆਸਾ ਦੀ ਵਾਰ ਸੁਣਿਆ ਕਰੋ, ਸਾਨੂੰ ਪਤਾ ਪਵੇ, ਸਾਡੇ ਅੰਦਰ ਰੱਬ ਦਾ ਭਉ ਤੇ ਭਾਵ ਬਣੇ। ਤਾਂ ਹੀ ਤੇ ਭਉ ਭਾਵ ਨਹੀਂ ਬਣ ਰਿਹਾ, ਸੁਣਨਾ ਹੈ ਨਹੀਂ, ਤੇ ਫਿਰ ਗੱਲ ਕਿੱਥੋਂ ਬਣੇਗੀ। ਗੁਰੂ ਰਹਿਮਤ ਕਰੇ, ਲਿਖ ਨਾਵੇਂ ਧਰਮ ਬਹਾਲਿਆ। ਭਾਈ ਰੱਬ ਜੀ ਨੇ ਉਹ ਧਰਮ ਰਾਜ ਸਾਡੇ ਕਰਮਾਂ ਵਾਸਤੇ ਬਿਠਾ ਦਿੱਤਾ। ਸੋ ਭਾਈ ਬੇਨਤੀ ਹੈ, ਚੰਗੇ ਕਰਮ ਕਰੋ, ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜੋ, ਤਾਂ ਕਿ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਹੋ ਸਕੀਏ। ਤੇ ਜਦੋਂ ਸਾਡੇ ਕਰਮਾਂ ਦਾ ਲੇਖਾ ਹੋਵੇ ਤੇ ਸਾਨੂੰ ਸ਼ਰਮਿੰਦਗੀ ਨਾ ਮਿਲੇ। ਇਤਨੀਆਂ ਬੇਨਤੀਆਂ ਪ੍ਰਵਾਨ, ਗਲਤੀਆਂ ਭੁੱਲਾਂ ਦੀ ਖਿਮਾ, ਗੁਰਫਤਿਹ ਦੀ ਸਾਂਝ। ਆਪ ਸਭ ਦਾ ਧੰਨਵਾਦ। ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।